ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਈ ਖੁਲਾਸੇ ਹੋ ਰਹੇ ਨੇ ਕਿਉਂਕਿ ਅੰਮ੍ਰਿਤਪਾਲ ਸਿੰਘ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ। ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ ਭੇਜਿਆ ਜਾ ਚੁੱਕਿਆ, ਪਰ ਉਸ ਤੋਂ ਬਾਅਦ ਜੋ ਦਾਅਵੇ ਕੀਤੇ ਗਏ ਸੀ ਉਹਨਾਂ ਦਾਅਵਿਆਂ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੱਲ ਵੀ ਅਸੀਂ ਇੱਕ ਰਿਪੋਰਟ ਦਿਖਾਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਨੇ ਨਸ਼ਾ ਛੁਡਾਊ ਕੇਂਦਰ ਦਾ ਜ਼ਿਕਰ ਕੀਤਾ ਸੀ ਤੇ ਅੱਜ ਉਸ ਤੇ ਹੋਰ ਖੁਲਾਸੇ ਹੋਏ ਨੇ। ਇੱਕ ਪੁਲਿਸ ਅਧਿਕਾਰੀ ਕੈਮਰੇ ਤੇ ਆਇਆ ਹੈ ਔਰ ਪੁਲਿਸ ਅਧਿਕਾਰੀ ਵੱਲੋਂ ਵੱਡੇ ਰਾਜ ਖੋਲੇ ਗਏ ਨੇ। ਨਿਊਜ਼ 18 ਤੇ ਪੁਲਿਸ ਅਧਿਕਾਰੀ ਨੇ ਜਾਂਚ ਜਿਹੜੇ ਐਸਪੀ ਨੇ ਲੱਗੇ ਤੇਜਵੀਰ ਸਿੰਘ ਉਹਨਾਂ ਵੱਲੋਂ ਖੁਲਾਸੇ ਕੀਤੇ ਗਏ ਨੇ ਕਿ ਐਸਪੀ ਤੇਜਵੀਰ ਸਿੰਘ ਨੇ ਕਿਹਾ ਹੈ ਔਨ ਕੈਮਰਾ, ਉਹਨਾਂ ਨੇ ਇਹ ਕਿਹਾ ਹੈ ਕਿ ਸੰਸਰੀ ਕਿ ਨਸ਼ਾ ਮੁਕਤੀ ਦੀ ਆੜ ਦੇ ਵਿੱਚ ਫੌਜ ਤਿਆਰ ਦਾ ਪ੍ਰੋਗਰਾਮ ਚੱਲ ਰਿਹਾ ਸੀ ਜਾਂ ਇੱਕ ਫੌਜ ਤਿਆਰ ਕੀਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਕੇਂਦਰ ਚ ਆਉਣ ਵਾਲਿਆਂ ਨੂੰ ਜਿਹੜੇ ਉਸ ਕੇਂਦਰ ਚ ਆਉਂਦੇ ਸੀ ਜਿਸ ਨੂੰ ਨਸ਼ਾ ਮੁਕਤੀ ਕੇਂਦਰ ਕਿਹਾ ਜਾਂਦਾ ਸੀ, ਉੱਥੇ ਆਉਣ ਵਾਲਿਆਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ। ਐਸਪੀ ਦਾ ਇਹ ਬਿਆਨ ਹੈ ਕਿ ਨਸ਼ਾ ਮੁਕਤੀ ਕੇਂਦਰ ਦੀ ਅਸਲੀਅਤ ਹੀ ਕੁਝ ਹੋਰ ਸੀ। ਉਹਨਾਂ ਕਿਹਾ ਕਿ ਖੁਦ ਅੰਮ੍ਰਿਤਪਾਲ ਦੇ ਨਾਲ ਦੇ ਵਿਅਕਤੀ, ਖੁਦ ਅੰਮ੍ਰਿਤਪਾਲ ਦੇ ਸਾਥੀ ਵੀ ਨਸ਼ਾ ਕਰਦੇ ਸੀ ਔਰ ਉਹਦੇ 'ਚ ਬਹੁਤ ਸਾਰੇ ਨਸ਼ੇ ਦੇ ਆਦੀ ਸੀ। ਇਹ ਗੱਲ ਪੰਜਾਬ ਪੁਲਿਸ ਦੇ ਇੱਕ ਸਰਵਿੰਗ ਸੀਨੀਅਰ ਅਧਿਕਾਰੀ ਵੱਲੋਂ ਖੁਲਾਸੇ ਕੀਤੇ ਗਏ ਨੇ ਕੈਮਰਾ ਤੇ ਆ ਕੇ। ਤੇਜਵੀਰ ਸਿੰਘ ਹੁੰਦਲ ਜਿਹੜੇ ਐਸਪੀ ਨੇ ਉਹਨਾਂ ਵੱਲੋਂ ਇਹ ਖੁਲਾਸੇ ਕੀਤੇ ਗਏ ਨੇ। ਉਹਨਾਂ ਨੇ ਇਹ ਸਾਰੀਆਂ ਗੱਲਾਂ ਦੱਸੀਆਂ ਨੇ ਕਿ ਜਿਹੜਾ ਨਸ਼ਾ ਮੁਕਤੀ ਕੇਂਦਰ ਜਿਸ ਨੂੰ ਨਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਅਸਲ 'ਚ ਨਸ਼ਾ ਮੁਕਤੀ ਕੇਂਦਰ ਹੈ ਨਹੀਂ ਸੀ ਜਾਂ ਨਸ਼ਾ ਛਡਾਊ ਕੇਂਦਰ ਹੈ ਨਹੀਂ ਸੀ, ਪਰ ਉੱਥੇ ਨੌਜਵਾਨ ਆਉਂਦੇ ਸੀ, ਰਹਿੰਦੇ ਸੀ। ਐਸਪੀ ਵੱਲੋਂ ਜੋ ਇਨਫੋਰਮੇਸ਼ਨ ਦਿੱਤੀ ਗਈ ਹੈ, ਜੋ ਖੁਲਾਸਾ ਕੀਤਾ ਗਿਆ ਹੈ ਐਸਪੀ ਤੇਜਵੀਰ ਸਿੰਘ ਹੋਰਾਂ ਵੱਲੋਂ, ਉਹਨਾਂ ਨੇ ਕਿਹਾ ਕਿ ਉੱਥੇ ਨਸ਼ਾ ਮੁਕਤੀ ਦੀ ਆੜ ਦੇ ਹੇਠ ਟ੍ਰੇਨਿੰਗ ਦਿੱਤੀ ਜਾਂਦੀ ਸੀ। ਇੱਕ ਤਰੀਕੇ ਨਾਲ ਫੌਜ ਤਿਆਰ ਕੀਤੀ ਜਾ ਰਹੀ ਸੀ, ਉਹਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ। ਸੋ ਕੀ ਕੁਝ ਐਸਪੀ ਵੱਲੋਂ ਖੁਲਾਸੇ ਕੀਤੇ ਗਏ ਨੇ, ਤੇਜਵੀਰ ਸਿੰਘ ਹੁੰਦਲ ਜਿਹੜੇ ਐਸਪੀ ਨੇ ਉਹਨਾਂ ਵੱਲੋਂ ਕੈਮਰੇ ਤੇ ਕੀ ਖੁਲਾਸੇ ਕੀਤੇ ਗਏ ਨੇ ਤੁਹਾਨੂੰ ਸੁਣਾਉਂਦੇ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਨੇ। ਕੱਲ ਇੱਕ ਨੌਜਵਾਨ ਨੇ ਨਿਊਜ਼ 18 ਪੰਜਾਬ ਤੇ ਆ ਕੇ ਇਹ ਖੁਲਾਸਾ ਕੀਤਾ ਸੀ ਕਿ ਜਿਹੜਾ ਡੀ ਐਡਿਕਸ਼ਨ ਸੈਂਟਰ ਅੰਮ੍ਰਿਤਪਾਲ ਸਿੰਘ ਵੱਲੋਂ ਚਲਾਇਆ ਜਾਂਦਾ ਸੀ ਉੱਥੇ ਲੋੜੀਂਦੇ ਪ੍ਰਬੰਧ ਨਹੀਂ ਸਨ, ਪਰ ਪੁਲਿਸ ਦੀ ਜਾਂਚ ਦੇ ਵਿੱਚ ਆਖਿਰਕਾਰ ਕਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਜਿਸ ਨੂੰ ਲੈ ਕੇ ਪੁਲਿਸ ਜਾਂਚ ਵੀ ਕਰ ਰਹੀ ਹੈ ਔਰ ਨਾਲ ਦੀ ਨਾਲ ਦਾਅਵੇ ਵੀ ਕੀਤੇ ਜਾ ਰਹੇ ਨੇ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਨੌਜਵਾਨਾਂ ਨੂੰ ਵਰਗਲਾਇਆ ਜਾਂਦਾ ਸੀ ਔਰ ਆਪਣੇ ਨਾਲ ਜੋੜਨ ਦੇ ਲਈ ਡੀ ਐਡਿਕਸ਼ਨ ਸੈਂਟਰ ਨੂੰ ਵਰਤਿਆ ਜਾਂਦਾ ਸੀ। ਮੇਰੇ ਨਾਲ ਇਸ ਵੇਲੇ ਤੇਜਵੀਰ ਸਿੰਘ ਨੇ ਜੋ ਕਿ ਐਸਪੀ ਨੇ ਔਰ ਇਸ ਪੂਰੀ ਜਾਂਚ ਦਾ ਅਹਿਮ ਹਿੱਸਾ ਵੀ ਨੇ। ਸਭ ਤੋਂ ਪਹਿਲਾ ਸਵਾਲ ਇਹੀ ਕਿ ਡੀ ਐਡਿਕਸ਼ਨ ਸੈਂਟਰ ਨੂੰ ਲੈ ਕੇ ਬੜੇ ਸਵਾਲ ਖੜੇ ਹੋ ਰਹੇ ਨੇ। ਤੁਹਾਡੀ ਜਾਂਚ ਦੇ ਵਿੱਚ ਡੀ ਐਡਿਕਸ਼ਨ ਸੈਂਟਰ ਕਿੰਨਾ ਕੁ ਸਹੀ ਪਾਇਆ ਗਿਆ? ਜੇਕਰ ਗਲਤ ਸੀ ਤਾਂ ਗਲਤੀਆਂ ਕੀ ਸੀ ਉਸ ਦੇ ਵਿੱਚ? ਐਕਚੁਅਲੀ ਸਾਡੀ ਇਨਵੈਸਟੀਗੇਸ਼ਨ 'ਚ ਆਇਆ ਕਿ ਇੱਕ ਫਾਰਮਾਸਿਸਟ ਸੀਗਾ ਜਿਹੜਾ ਇਹਨਾਂ ਨੇ ਹਾਇਰ ਕੀਤਾ ਸੀਗਾ, ਉਹ ਇਹਨਾਂ ਨੂੰ ਵਹੀਰ ਦੇ ਦੌਰਾਨ ਮਿਲ ਗਿਆ ਔਰ ਉਹਨੂੰ ਇਹਨਾਂ ਨੇ ਵਹੀਰ ਤੋਂ ਬਾਅਦ ਜਦੋਂ ਖਤਮ ਹੁੰਦੀ ਆ ਕਾਲ ਕਰਕੇ ਆਪਣੇ ਕੋਲ ਬੁਲਾਇਆ ਕਿ ਸਾਡੇ ਇਸ ਤਰ੍ਹਾਂ ਜਿਹੜੇ ਨੌਜਵਾਨ ਲੜਕੇ ਆ ਨਸ਼ੇ ਕਰਦੇ ਆ ਉਹਨਾਂ ਨੂੰ ਮੈਡੀਸਨ ਦੇਣੀ ਆ। ਸੋ ਉਹਨੇ ਜਾ ਕੇ ਕਿਹਾ ਕਿ ਮੈਂ ਤਾਂ ਕੋਈ ਪ੍ਰੋਫੈਸ਼ਨਲ ਡਾਕਟਰ ਨਹੀਂ ਹੈਗਾ ਜਾਂ ਡੀ ਐਡਿਕਸ਼ਨ ਦੀ ਮੈਨੂੰ ਕੋਈ ਨੌਲੇਜ ਨਹੀਂ ਹੈ ਕਿ ਮੈਂ ਇਹਨਾਂ ਨੂੰ ਕਿਹੜੀ ਮੈਡੀਸਨ ਦੇ ਸਕਾਂ, ਔਰ ਮੈਂ ਤਾਂ ਸਿਰਫ ਪਿੰਡ 'ਚ ਪ੍ਰੈਕਟਿਸ ਕਰਦਾ। ਨਾਰਮਲ ਜੋ ਫੀਵਰ ਜਾਂ ਕੋਈ ਕਿਸੇ ਦਾ ਸਿਰ ਦਰਦ ਹੋ ਗਿਆ ਜਾਂ ਆਪਣਾ ਲੂਜ਼ਮੋਸ਼ਨ ਵਗੈਰਾ ਲੱਗਦੇ ਆ ਪਿੰਡਾਂ 'ਚ ਉਹ ਮੈਡੀਸਨ ਦਿੰਦੇ ਆ। ਸੋ ਉਸਨੇ ਕਿਹਾ ਕਿ ਮੈਂ ਤੇ ਮੈਡੀਸਨ ਨਹੀਂ ਦੇ ਸਕਦਾ। ਇਹਨਾਂ ਕਿਹਾ ਕਿ ਚਲੋ ਠੀਕ ਹੈ, ਤੁਸੀਂ ਇਦਾਂ ਕਰੋ, ਸਾਨੂੰ ਜਿਹੜੇ ਪੇਨ ਕਿਲਰ ਵਗੈਰਾ ਜਾਂ ਹੈਡੇਕ ਹੁੰਦੀ ਆ ਉਹਦੀ ਸਾਨੂੰ ਮੈਡੀਸਨ ਬੇਸਿਕ ਦਵਾਈ ਹੁੰਦੀ ਆ, ਬੇਸਿਕ ਮੈਡੀਸਨ ਜਿਹੜੀ ਆ ਸਾਨੂੰ ਉਹ ਪ੍ਰੋਵਾਈਡ ਕਰਾ ਦਿਓ। ਸੋ ਇਹਦਾ ਪਿੰਡ 'ਚ ਸ਼ੌਪ ਹੋਣ ਕਰਕੇ ਇਹਨੂੰ ਵੀ ਲਾਲਚ ਹੋ ਗਿਆ ਕਿ ਹਾਂ ਠੀਕ ਹੈ ਮੈਂ ਇਹਨਾਂ ਨੂੰ ਪ੍ਰੋਵਾਈਡ ਕਰਾ ਦਿੰਦਾ। ਇਹ ਵੀ ਉਹਨਾਂ ਕੋਲ 10-15 ਵਾਰੀ ਗਿਆ, ਉਹਨਾਂ ਨੂੰ ਮੈਡੀਸਨ ਦਿੰਦਾ ਰਿਹਾ ਔਰ ਠੀਕ ਪੈਸੇ ਬਣਦੇ ਰਹੇ ਜੋ ਵੀ ਇਹ ਮੈਡੀਸਨ ਦਿੰਦਾ ਰਿਹਾ। ਔਰ ਉਹਦੇ 'ਚ ਇਹਨਾਂ ਦਾ ਜਿਹੜਾ ਡੀ ਐਡਿਕਸ਼ਨ ਸੈਂਟਰ ਚੱਲ ਰਿਹਾ ਉੱਥੇ ਇਹਨਾਂ ਦੇ ਪਿੰਡ 'ਚ ਕੋਈ ਵੀ ਪ੍ਰੋਫੈਸ਼ਨਲ ਡਾਕਟਰਸ ਜਾਂ ਉੱਥੇ ਪ੍ਰੋਫੈਸ਼ਨਲਿਜ਼ਮ ਹੈ ਨਹੀਂ ਹੈ, ਜਿਹਦੇ ਕਿ ਜਿੱਦਾਂ ਸਾਈਕੈਟਰਿਸਟ ਚਾਹੀਦਾ ਉਹਦੇ 'ਚ ਮੇਨ ਡਾਕਟਰਸ ਚਾਹੀਦੇ, ਮੈਡੀਸਨ ਚਾਹੀਦੀ ਹੈ ਨਸ਼ਾ ਛਡਾਉਣ ਨੂੰ, ਉਹਨਾਂ ਨੂੰ ਇੱਦਾਂ ਦਾ ਕੋਈ ਵੀ ਉੱਥੇ ਹੈ ਨਹੀਂ ਆ ਇਹਨਾਂ ਕੋਲ ਸਿਸਟਮ ਜਿਹੜਾ ਇਹ ਲੋਕਾਂ ਦੀ ਨਸ਼ਾ ਛਡਾ ਸਕਣ। ਪਰ ਅੰਮ੍ਰਿਤਪਾਲ ਸਿੰਘ ਦੀਆਂ ਅਸੀਂ ਜੇਕਰ ਪੁਰਾਣੀਆਂ ਸਪੀਚਾਂ ਜਾਂ ਸਟੇਜ ਦੇ ਦੌਰਾਨ ਜਦੋਂ ਦਾਅਵੇ ਕੀਤੇ ਜਾਂਦੇ ਸੀ ਤਾਂ ਡੀ ਐਡਿਕਸ਼ਨ ਸੈਂਟਰ ਸ਼ਬਦ ਨਾ ਵਰਤ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਦਾ ਇੱਕ ਬਹੁਤ ਵੱਡੇ ਪੱਧਰ ਤੇ ਉਹਨੂੰ ਪ੍ਰਚਾਰਿਆ ਜਾਂਦਾ ਸੀ। ਕੀ ਤੁਹਾਡੀ ਜਾਂਚ ਦੇ ਵਿੱਚ ਜਾਂ ਤੁਸੀਂ ਉੱਥੇ ਜਾ ਕੇ ਜੋ ਜਾਂਚ ਹੁਣ ਤੱਕ ਕੀਤੀ ਹੈ ਉਹਦੇ ਵਿੱਚ ਲੱਗਿਆ ਕਿ ਨੌਜਵਾਨਾਂ ਦਾ ਵਾਕਈ ਉੱਥੇ ਨਸ਼ਾ ਛੁਡਾਇਆ ਜਾਂਦਾ ਸੀ ਜਾਂ ਫਿਰ ਡੀ ਐਡਿਕਸ਼ਨ ਸੈਂਟਰ ਦੇ ਲਈ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਅਵੇਲੇਬਲ ਸੀ ਉੱਥੇ? ਤੁਹਾਨੂੰ ਮੈਂ ਉਹੀ ਦੱਸ ਰਿਹਾ ਕਿ ਬੇਸਿਕ ਨੀਡਸ ਜਿਹੜੀਆਂ ਹੁੰਦੀਆਂ ਡੀ ਐਡਿਕਸ਼ਨ ਸੈਂਟਰ ਦੀ, ਪਹਿਲੀ ਗੱਲ ਤੇ ਕਿ ਉਹ ਰਜਿਸਟਰਡ ਨਹੀਂ ਸੀਗਾ। ਸੈਕੰਡਲੀ ਉੱਥੇ ਕੋਈ ਵੀ ਡਾਕਟਰ ਨਹੀਂ ਸੀ ਅਵੇਲੇਬਲ ਜਿਹੜਾ ਕਿ ਪ੍ਰੋਫੈਸ਼ਨਲੀ ਉਹਨਾਂ ਨੂੰ ਨਸ਼ਾ ਛੁਡਾ ਸਕੇ।
ਔਰ ਬੱਚੇ ਇਹਨਾਂ ਦੀਆਂ ਗੱਲਾਂ ਸੁਣ ਕੇ ਜਾਂਦੇ ਜ਼ਰੂਰ ਲਏ ਆ, ਲੇਕਿਨ ਜੇ 10 ਜਣੇ ਗਏ ਆ ਤੇ 8 ਮੁੜ ਕੇ ਆਉਂਦੇ ਰਹੇ ਵਾਪਸ, ਵਿੱਚੋਂ 2 ਉੱਥੇ ਰਹਿ ਗਏ ਜਾਂ 2 ਚਲੇ ਗਏ, 4 ਵਾਪਸ ਆ ਗਏ। ਇਦਾਂ ਹੀ ਚੱਲਦਾ ਰਿਹਾ। ਕਿਸੇ ਦਾ ਨਸ਼ਾ ਅਜੇ ਤੱਕ ਸਾਡੇ ਕੋਲ ਕੋਈ ਬੱਚਾ ਨਹੀਂ ਇਦਾਂ ਦਾ ਆਇਆ ਜਿਹਨੇ ਉੱਥੋਂ ਨਸ਼ਾ ਛੱਡਿਆ ਹੋਵੇ। ਪਰ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਨਾਲ ਵੀ ਲਗਾਤਾਰ ਨੌਜਵਾਨ ਨਜ਼ਰ ਆਉਂਦੇ ਸੀ, ਜਦੋਂ ਵੀ ਉਹ ਕਿਤੇ ਜਾਂਦਾ ਸੀ ਵੈਪਨ ਉਹਨਾਂ ਦੇ ਹੱਥ ਦੇ ਵਿੱਚ ਹੁੰਦੇ ਸੀ। ਕੀ ਇਹ ਵੀ ਉਹੀ ਨੌਜਵਾਨ ਨੇ ਜਿਹੜੇ ਕਿ ਨਸ਼ਾ ਛੱਡਣ ਦੇ ਲਈ ਉੱਥੇ ਪਹੁੰਚੇ? ਜੀ ਬਿਲਕੁਲ ਇਹੀ ਉਹ ਨੌਜਵਾਨ ਨੇ ਜਿਹੜੇ ਅਲੱਗ-ਅਲੱਗ ਡਿਸਟ੍ਰਿਕਟਸ ਤੋਂ ਪੰਜਾਬ ਦੇ ਵਿੱਚੋਂ ਇਹਦੇ ਨਾਲ ਇਨਵੋਲਵ ਹੋਏ ਸੀਗੇ, ਜਿਹੜੇ ਕਿ ਪਰਸਨਲ ਬਾਡੀਗਾਰਡਸ ਦੇ ਤੌਰ ਤੇ ਉਹ ਲੈ ਕੇ ਚੱਲਦਾ ਸੀਗਾ ਨਾਲ। ਇਹਨਾਂ ਵਿੱਚੋਂ ਹੀ ਨੌਜਵਾਨ ਜਿਹੜੇ ਆ ਨਸ਼ਾ ਵੀ ਕਰਦੇ ਸੀਗੇ। ਜੱਲੂਪੁਰ ਖੈੜਾ ਦੇ ਵਿੱਚ ਜਾਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਇਸ ਲਈ ਜੁੜੇ ਸੀ ਕਿ ਉਹ ਨਸ਼ਾ ਛੱਡਣਾ ਚਾਹੁੰਦੇ ਨੇ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਐਜ਼ ਏ ਬਾਡੀਗਾਰਡ ਵਰਤਿਆ ਗਿਆ। ਜੀ ਬਿਲਕੁਲ ਜੀ, ਐਜ਼ ਏ ਬਾਡੀਗਾਰਡ ਉਹ ਜ਼ਿਆਦਾ ਚੱਲਦੇ ਸੀਗੇ। ਨਸ਼ਾ ਛੱਡਣ ਦਾ ਤੇ ਪਤਾ ਨਹੀਂ ਛੱਡਿਆ ਕਿ ਨਹੀਂ ਛੱਡਿਆ ਉਹਨਾਂ ਨੇ। ਹਾਂਜੀ। ਤੇ ਹੁਣ ਤੱਕ ਕਿੰਨੇ ਕੁ ਵੈਪਨ ਜਿਹੜੇ ਨੇ ਉਹ ਰਿਕਵਰ ਹੋ ਚੁੱਕੇ ਨੇ? ਕਿਉਂਕਿ ਬੁਲਟ ਪ੍ਰੂਫ ਜੈਕਟਾਂ ਦੀ ਵੀ ਗੱਲ ਆਈ ਸੀ, ਆਨੰਦਪੁਰ ਖਾਲਸਾ ਫੌਜ ਦੀ ਵੀ ਗੱਲ ਆਈ, ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਹੁਣ ਤੱਕ ਕਿੰਨੀ ਕੁ ਰਿਕਵਰੀ ਹੋਈ ਹੈ? ਦੇਖੋ ਜੀ, ਇਹਨਾਂ ਕੋਲ 12 ਬੋਰ ਦੀਆਂ ਜਿਹੜੀਆਂ ਰਾਈਫਲਸ ਨੇ, ਟੋਟਲ ਉਹ 6 ਅਸੀਂ ਰਿਕਵਰ ਕੀਤੀਆਂ ਨੇ। ਇੱਕ 315 ਬੋਰ ਦੀ ਰਾਈਫਲ ਰਿਕਵਰ ਕੀਤੀ ਆ, ਇੱਕ 32 ਬੋਰ ਦਾ ਰਿਵਾਲਵਰ ਰਿਕਵਰ ਕੀਤਾ, ਇੱਕ 32 ਬੋਰ ਦਾ ਪਿਸਟਲ ਰਿਕਵਰ ਕੀਤਾ ਜੀ। ਔਰ ਕਾਟੀਜ਼ ਜਿਹੜੇ ਆ ਸਾਡੇ ਕੋਲ 12 ਬੋਰ ਦੇ 205 ਅਸੀਂ ਰਿਕਵਰ ਕੀਤੇ ਆ, 315 ਬੋਰ ਦੇ 139, ਪਿਸਟਲ 32 ਬੋਰ ਦੇ ਅਸੀਂ 17 ਔਰ ਰਿਵਾਲਵਰ ਦੇ ਅਸੀਂ 42 ਇਹਨਾਂ ਕੋਲ ਜਿਹੜੇ ਆ ਕਾਰਟੇਜ ਰਿਕਵਰ ਕੀਤੇ ਆ ਜੀ। ਇਸ ਤੋਂ ਇਲਾਵਾ ਇੱਕ ਇਹ ਵੀ ਆਈਜੀ ਹੈੱਡਕੁਆਟਰ ਨੇ ਵੀ ਜ਼ਿਕਰ ਕੀਤਾ ਸੀ ਕਿ ਕੋਈ ਪਿੰਡ ਦੇ ਵਿੱਚ ਸ਼ੂਟਿੰਗ ਰੇਂਜ ਵੀ ਬਣਾਈ ਗਈ ਹੈ। ਕੀ ਜਾਂਚ ਦੇ ਵਿੱਚ ਉਹਦੇ ਬਾਰੇ ਵੀ ਕੋਈ ਖੁਲਾਸਾ ਹੋਇਆ? ਜੀ ਬਿਲਕੁਲ, ਇਹਨਾਂ ਦੇ ਪਿੰਡ ਦੇ ਲਾਗੋਂ ਇੱਕ ਨਹਿਰ ਨਿਕਲਦੀ ਆ, ਜਿੱਥੇ ਕਿ ਨਹਿਰ ਦੇ ਤੁਹਾਨੂੰ ਪਤਾ ਸਾਈਡ ਵਾਲੇ ਕੰਢੇ ਜਿਹੜੇ ਉੱਪਰ ਹੁੰਦੇ, ਉੱਥੇ ਬੇਸਿਕਲੀ ਸ਼ੂਟਿੰਗ ਕਰਦੇ ਸੀ। ਉਹ ਅਜੇ ਫਰਦਰ ਇਹ ਨਹੀਂ ਪਤਾ ਕਿ ਇਹਨਾਂ ਚੋਂ ਟ੍ਰੇਨਿੰਗ ਕੌਣ ਦਿੰਦਾ ਸੀ, ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਜੇ ਬਾਕੀ ਆ, ਬਟ ਉੱਥੇ ਇਹਨਾਂ ਨੇ ਬਿਲਕੁਲ ਬਣਾਈ ਹੋਈ ਸੀ ਸ਼ੂਟਿੰਗ ਰੇਂਜ। ਬੁਲਟ ਪ੍ਰੂਫ ਜੈਕਟਾਂ ਦਾ ਵੀ ਹੁਣ ਤੱਕ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ, ਉਹ ਵੀ ਕੋਈ ਰਿਕਵਰ ਹੋਈਆਂ ਨੇ? ਹਾਂਜੀ, ਕੁਝ ਜਿਹੜੀਆਂ ਬੁਲਟ ਪ੍ਰੂਫ ਜੈਕਟ ਜਿਹੜੀਆਂ ਇਹਨਾਂ ਕੋਲ ਰਿਕਵਰ ਕੀਤੀਆਂ, ਜਿਨ੍ਹਾਂ ਤੇ AKF ਲਿਖਿਆ ਹੋਇਆ ਸੀ ਜੀ। ਤਾਂ ਜਿਸ ਤਰੀਕੇ ਦੇ ਨਾਲ ਬਾਕੀ ਹੋਰ ਐਂਗਲਾਂ ਤੋਂ ਜਾਂਚ ਹੋ ਰਹੀ ਹੈ, ਕਾਰਵਾਈ ਹੋਏਗੀ, ਕੀ ਜਿਹੜਾ ਡੀ ਐਡਿਕਸ਼ਨ ਸੈਂਟਰ ਨੂੰ ਲੈ ਕੇ ਚਰਚਾ ਹੋ ਰਹੀ ਹੈ ਜਾਂ ਜਿਸ ਤਰ੍ਹਾਂ ਕੱਲ ਇੱਕ ਨੌਜਵਾਨ ਨੇ ਵੀ ਖੁਲਾਸਾ ਕੀਤਾ, ਤਾਂ ਕੀ ਉਸ ਬਾਰੇ ਵੀ ਬਣਦੀ ਕਾਰਵਾਈ ਹੋਏਗੀ? ਕਿਉਂਕਿ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਡੀ ਐਡਿਕਸ਼ਨ ਸੈਂਟਰ ਰਜਿਸਟਰ ਹੋਣਾ ਜ਼ਰੂਰੀ ਹੈ, ਉੱਥੇ ਬਕਾਇਦਾ ਉਸ ਤਰੀਕੇ ਦਾ ਸਟਾਫ ਵੀ ਹੋਣਾ ਜ਼ਰੂਰੀ ਹੈ, ਔਰ ਜਿਹੜੀਆਂ ਦਵਾਈਆਂ ਨੇ ਜਿਹੜੀਆਂ ਡੀ ਐਡਿਕਸ਼ਨ ਸੈਂਟਰ 'ਚ ਦਿੱਤੀਆਂ ਜਾਂਦੀਆਂ ਉਹਦੇ ਲਈ ਵੀ ਇੱਕ ਲੀਗਲ ਪ੍ਰੋਸੈਸ ਹੈ, ਕੀ ਉਹਦੀ ਵੀ ਇਨਵੈਸਟੀਗੇਸ਼ਨ ਕੀਤੀ ਜਾਏਗੀ? ਜੀ ਬਿਲਕੁਲ, ਅਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਰਿਗਾਰਡਿੰਗ। ਜੋ ਵੀ ਫਰਦਰ ਇਨਵੈਸਟੀਗੇਸ਼ਨ ਚਾਹੇਗਾ ਅਸੀਂ ਕਾਰਵਾਈ ਕਰਾਂਗੇ। ਨੌਜਵਾਨ ਕਿਉਂਕਿ ਅਕਸਰ ਜਿਹੜੀ ਉਮਰ ਹੁੰਦੀ ਹੈ ਤਾਂ ਸਪੀਚਾਂ ਤੋਂ ਭਾਵਕ ਹੋ ਕੇ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੀ ਬਿਆਨਬਾਜ਼ੀ ਕੀਤੀ ਜਾਂਦੀ ਹੈ, ਕੀ ਉਹਨਾਂ ਦੇ ਮਾਪਿਆਂ ਨੇ ਵੀ ਕੋਈ ਇਸ ਬਾਰੇ ਦੱਸਿਆ ਕਿ ਨੌਜਵਾਨ ਜੁੜਦੇ ਕਿਉਂ ਸੀ ਉਹਨਾਂ ਦੇ ਨਾਲ? ਐਕਚੁਅਲੀ ਪਹਿਲਾਂ ਜਦੋਂ ਇਹਨੇ ਅਵੀਰ ਕੀਤੀ ਆ, ਲੋਕੀ ਇਹਨਾਂ ਦੀਆਂ ਗੱਲਾਂ 'ਚ ਜ਼ਰੂਰ ਆਉਂਦੇ ਰਹੇ, ਨਾਲ ਚੱਲੇ ਸੀਗੇ, ਬਟ ਟਾਈਮਲੀ ਲੋਕਾਂ ਨੂੰ ਪਤਾ ਲੱਗਦਾ ਗਿਆ ਔਰ ਲੋਕ ਪਿੱਛੇ ਹਟਦੇ ਗਏ। ਕੁਝ ਜਿੱਦਾਂ ਬੱਚੇ ਪੇਰੈਂਟਸ ਕਾਫੀ ਦੁਖੀ ਸੀ, ਉਹਨਾਂ ਨੂੰ ਹੋਰ ਕੋਈ ਨਹੀਂ ਸੀ ਲੱਗਦਾ, ਉਹਨੂੰ ਲੱਗਦਾ ਸੀ ਕਿ ਸ਼ਾਇਦ ਇਹ ਨਸ਼ਾ ਛਡਾ ਦੂਗਾ, ਬਟ ਉਹਨਾਂ ਦੇ ਬੱਚਿਆਂ ਨੇ ਜਦੋਂ ਜਾ ਕੇ ਉੱਥੇ ਦੱਸਿਆ ਕਿ ਅਸੀਂ ਬਹੁਤ ਜ਼ਿਆਦਾ ਦੁਖੀ ਹਾਂ, ਤੇ ਉੱਥੋਂ ਵਾਪਸੀ ਕੀਤੀ ਘਰਾਂ 'ਚ। ਸੋ ਲੋਕਾਂ ਨੂੰ ਜਿਹੜਾ ਇਹ ਸੀਗਾ ਭੁਲੇਖਾ ਇਸ ਚੀਜ਼ ਦਾ ਕਿ ਡੀ ਐਡਿਕਸ਼ਨ ਸੈਂਟਰ ਹੈ, ਇਦਾਂ ਦਾ ਕੋਈ ਨਹੀਂ ਸੀ, ਇਸ ਕਰਕੇ ਵਾਪਸ ਘਰਾਂ ਨੂੰ ਚਲੇ ਗਏ। ਇੱਕ ਆਖਰੀ ਸਵਾਲ, ਹੁਣ ਤੱਕ ਬਹੁਤ ਸਾਰੇ ਨੌਜਵਾਨ ਡਿਟੇਨ ਵੀ ਕੀਤੇ ਗਏ, ਅਰੈਸਟ ਵੀ ਕੀਤੇ ਗਏ, ਕੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਵੀ ਪਤਾ ਲੱਗਾ ਕਿ ਕੁਝ ਨੌਜਵਾਨ ਨਸ਼ੇ ਤੋਂ ਪੀੜਤ ਨੇ, ਵੱਖ-ਵੱਖ ਤਰ੍ਹਾਂ ਦਾ ਨਸ਼ਾ ਕਰਦੇ? ਜੀ ਬਿਲਕੁਲ, ਮੋਸਟਲੀ ਉਹਨਾਂ 'ਚ ਹੈਰੋਇਨ ਦਾ ਨਸ਼ਾ ਕਰਦੇ ਸੀਗੇ। ਕੁਝ ਜਿਹੜੇ ਆ ਪੋਪੀ ਹਸਕ ਵਗੈਰਾ ਜਿਹੜੇ ਪਾਊਡਰ ਵਗੈਰਾ ਲੈਂਦੇ ਸੀਗੇ, ਉਹ ਫਿਲਹਾਲ ਕੁਝ ਜੇਲ੍ਹ 'ਚ ਵੀ ਨੇ। ਔਰ ਤੁਹਾਨੂੰ ਪਤਾ ਹੀ ਹੈ, ਖਾਸ ਕਰਕੇ ਜਿਹੜੇ ਬੱਚੇ ਨਸ਼ਾ ਕਰਦੇ ਸੀਗੇ ਆਲਰੇਡੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆ ਹੋਇਆ ਔਰ ਜੇਲ੍ਹ ਦੇ ਵਿੱਚ ਨੇ। ਯਾਨੀ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਕਿ ਡੀ ਐਡਿਕਸ਼ਨ ਸੈਂਟਰ ਨੂੰ ਇੱਕ ਆੜ ਬਣਾਇਆ ਗਿਆ ਸੀ, ਉਹਦੇ ਆੜ ਦੇ ਵਿੱਚ ਨੌਜਵਾਨਾਂ ਨੂੰ ਉੱਥੇ ਬੁਲਾਇਆ ਜਾਂਦਾ ਸੀ, ਬਾਅਦ ਦੇ ਵਿੱਚ ਵੱਖ-ਵੱਖ ਕੰਮਾਂ ਦੇ ਲਈ, ਚਾਹੇ ਕੋਈ ਗਨਮੈਨ ਦੇ ਤੌਰ ਤੇ, ਬਾਡੀਗਾਰਡ ਦੇ ਤੌਰ ਤੇ ਉਹਨਾਂ ਨੂੰ ਵਰਤਿਆ ਜਾਂਦਾ। ਜੀ ਬਿਲਕੁਲ, ਇੱਕ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਨਿਊਜ਼ ਚੈਨਲ ਦੇ ਜ਼ਰੀਏ ਇਹ ਬੋਲ ਦੇਣਾ ਕਿ ਅਸੀਂ ਬੜਾ ਡੀ ਐਡਿਕਸ਼ਨ ਸੈਂਟਰ ਚਲਾ ਰਹੇ ਹਾਂ, ਇਦਾਂ ਦੀ ਕੋਈ ਵੀ ਉੱਥੇ ਗੱਲ ਨਹੀਂ ਸੀ। ਕੋਈ ਪ੍ਰੋਫੈਸ਼ਨਲ ਡਾਕਟਰ ਨਹੀਂ, ਕੋਈ ਇਹਨਾਂ ਕੋ ਬੇਸਿਕ ਜਿਹੜੀ ਚੀਜ਼ ਹੁੰਦੀ ਆ ਆਪਣਾ ਲਾ ਲਓ ਬਿਲਡਿੰਗ ਵਗੈਰਾ, ਉਹ ਵੀ ਕੁਝ ਨਹੀਂ ਸੀਗੀ। ਇੱਕ ਬਕਾਇਦਾ ਉਹਨਾਂ ਨੇ ਸ਼ੈੱਡ ਪਾਇਆ ਸੀ ਜਿਹਦੇ 'ਚ ਸਾਰੇ ਦੇ ਸਾਰੇ ਬੱਚੇ ਥੱਲੇ ਹੀ ਸੌਂਦੇ ਸੀਗੇ। ਸੋ ਇਸ ਕਰਕੇ ਬੇਸਿਕ ਜਿਹੜੀਆਂ ਸਹੂਲਤਾਂ ਉਹ ਤੇ ਜ਼ਰੂਰ ਚਾਹੀਦੀਆਂ ਡੀ ਐਡਿਕਸ਼ਨ ਸੈਂਟਰ 'ਚ, ਔਰ ਡਾਕਟਰਸ ਵਗੈਰਾ ਦੇ ਕੰਪਲਸਰੀ ਹੁੰਦਾ ਹੀ ਹੈ। ਸੋ ਇਦਾਂ ਦੀ ਕੋਈ ਵੀ ਚੀਜ਼ ਨਹੀਂ ਸੀ। ਇਹਨੇ ਐਸਪੀ ਤੇਜਵੀਰ ਸਿੰਘ ਜਿਹੜੇ ਕਿ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗੇ ਹੋਏ ਨੇ, ਔਰ ਜਿਸ ਤਰ੍ਹਾਂ ਕੱਲ ਇਹ ਖੁਲਾਸਾ ਹੁੰਦਾ ਹੈ ਕਿ ਜਿਹੜਾ ਡੀ ਐਡਿਕਸ਼ਨ ਸੈਂਟਰ ਉੱਥੇ ਚੱਲ ਰਿਹਾ ਸੀ, ਉੱਥੇ ਲੋੜੀਂਦੀਆਂ ਜਿਹੜੀਆਂ ਸੁਵਿਧਾਵਾਂ ਨੇ ਉਹ ਵੀ ਮੁਹੱਈਆ ਨਹੀਂ ਸੀ ਕਰਵਾਈਆਂ ਜਾਂਦੀਆਂ, ਤਾਂ ਹੁਣ ਪੁਲਿਸ ਦੀ ਜਾਂਚ ਦੇ ਵਿੱਚ ਵੀ ਇਸ ਗੱਲ ਤੇ ਮੋਹਰ ਲੱਗੀ, ਔਰ ਨਾਲ ਇੱਕ ਵੱਡਾ ਖੁਲਾਸਾ ਵੀ ਹੋਇਆ ਹੈ ਕਿ ਇਸ ਡੀ ਐਡਿਕਸ਼ਨ ਸੈਂਟਰ ਨੂੰ ਸਿਰਫ ਇਸ ਲਈ ਵਰਤਿਆ ਜਾਂਦਾ ਸੀ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਨੌਜਵਾਨ ਉੱਥੇ ਆਉਣ ਔਰ ਤੇ ਬਾਅਦ 'ਚ
ਉਹਨਾਂ ਨੌਜਵਾਨਾਂ ਨੂੰ ਹੀ ਆਪਣੇ ਗਨਮੈਨ ਦੇ ਤੌਰ ਤੇ ਜਾਂ ਹੋਰ ਜਿਸ ਤਰੀਕੇ ਦੀ ਇਹ ਗੱਲਬਾਤ ਸਾਹਮਣੇ ਆਈ ਕਿ ਆਨੰਦਪੁਰ ਖਾਲਸਾ ਫੌਜ ਤਿਆਰ ਕੀਤੀ ਜਾ ਰਹੀ ਸੀ ਤਾਂ ਉਸ ਫੌਜ ਦਾ ਹਿੱਸਾ ਬਣਾਉਣ ਦੇ ਲਈ ਉਹਨਾਂ ਨੌਜਵਾਨਾਂ ਨੂੰ ਵਰਤਿਆ ਜਾਂਦਾ ਸੀ। ਇੱਕ ਹੋਰ ਅਹਿਮ ਤੱਥ ਸਾਹਮਣੇ ਆਇਆ ਹੈ ਕਿ ਜਿਹੜੇ ਨੌਜਵਾਨ ਵੱਖ-ਵੱਖ ਥਾਵਾਂ ਤੋਂ ਖਾਸ ਤੌਰ ਤੇ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੇ ਹੋਏ ਸੀ ਜਿਨ੍ਹਾਂ ਨੂੰ ਹੁਣ ਤੱਕ ਕਾਬੂ ਕੀਤਾ ਗਿਆ ਤਾਂ ਉਹਨਾਂ ਦੇ ਵਿੱਚੋਂ ਵੀ ਵਧੇਰੇ ਨੌਜਵਾਨ ਜਿਹੜੇ ਨੇ ਉਹ ਕਿਸੇ ਨਾ ਕਿਸੇ ਨਸ਼ੇ ਦੇ ਨਾਲ ਪੀੜਤ ਸਾਹਮਣੇ ਆਏ ਨੇ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅੰਮ੍ਰਿਤਸਰ। ਤਾਂ ਜਾਂਚ ਅਧਿਕਾਰੀ ਨੇ ਤੇਜਵੀਰ ਸਿੰਘ ਜਿਨ੍ਹਾਂ ਨੇ ਇਹ ਸਾਰਾ ਖੁਲਾਸਾ ਕੀਤਾ ਹੈ, ਕਿਉਂਕਿ ਪਹਿਲਾਂ ਜਦੋਂ ਇਨਵੈਸਟੀਗੇਸ਼ਨ ਚੱਲ ਰਹੀ ਸੀ ਜਾਂ ਅੰਮ੍ਰਿਤਪਾਲ ਨੂੰ ਪੁਲਿਸ ਨੇ ਫੜਿਆ ਨਹੀਂ ਸੀ ਉਦੋਂ ਤੱਕ ਕੋਈ ਵੀ ਜਾਂਚ ਅਧਿਕਾਰੀ ਜਾਂ ਕੋਈ ਵੀ ਅਫਸਰ ਇਸ ਤਰੀਕੇ ਨਾਲ ਕਦੇ ਵੀ ਗੱਲ ਨਹੀਂ ਕਰਦਾ। ਪਰ ਕਿਉਂਕਿ ਹੁਣ ਅੰਮ੍ਰਿਤਪਾਲ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਔਰ ਪੁਲਿਸ ਦੀ ਜਾਂਚ ਦੇ ਵਿੱਚ ਕੀ ਕੁਝ ਨਿਕਲ ਕੇ ਆਇਆ ਉਸ ਦੀ ਜਾਣਕਾਰੀ ਲੈਣ ਦੀ ਅਸੀਂ ਕੋਸ਼ਿਸ਼ ਕਰ ਰਹੇ ਸੀ ਔਰ ਉਸ ਦੇ ਵਿੱਚ ਐਸਪੀ ਜਿਹੜੇ ਨੇ ਤੇਜਵੀਰ ਸਿੰਘ ਹੁੰਦਲ ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਰਾਜੀਵ ਸ਼ਰਮਾ ਮੇਰੇ ਸਹਿਯੋਗੀ ਜਿਨ੍ਹਾਂ ਵੱਲੋਂ ਗੱਲਬਾਤ ਕੀਤੀ ਗਈ, ਰਾਜੀਵ ਸਾਡੇ ਨਾਲ ਲਾਈਵ ਜੁੜ ਗਏ ਨੇ। ਰਾਜੀਵ ਦੇ ਨਾਲ ਗੱਲਬਾਤ ਕਰਦੇ ਆ। ਰਾਜੀਵ, ਤੇਜਵੀਰ ਸਿੰਘ ਹੋਰਾਂ ਨੇ ਕਾਫੀ ਚੀਜ਼ਾਂ ਦੱਸੀਆਂ ਨੇ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ, ਜਿਹੜੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇੱਕ ਫਰਜ਼ੀ ਨਸ਼ਾ ਮੁਕਤੀ ਕੇਂਦਰ ਬਣਾਇਆ ਗਿਆ ਸੀ ਜਦਕਿ ਉੱਥੇ ਕੁਝ ਹੈ ਨਹੀਂ ਸੀ। ਅੱਜ ਇਸ ਦੀ ਤਸਦੀਕ ਕਰ ਦਿੱਤੀ ਹੈ ਪੁਲਿਸ ਨੇ, ਜੋ ਪੁਲਿਸ ਜਾਂਚ ਦੇ ਵਿੱਚ ਨਿਕਲ ਕੇ ਆਇਆ ਹੈ। ਸੋ ਕੀ ਇਹ ਜਾਂਚ ਹੁਣ ਇੱਥੇ ਹੀ ਕਲੋਜ਼ ਹੋ ਗਈ ਹੈ ਜਾਂ ਇਸ ਨੂੰ ਹੋਰ ਵੱਖ-ਵੱਖ ਪਹਿਲੂਆਂ ਤੋਂ ਅੱਗੇ ਵਧਾਇਆ ਜਾ ਰਿਹਾ ਹੈ? ਕੀ ਕੁਝ ਐਕਚੁਅਲ ਉਸ ਦੇ ਵਿੱਚ ਪੂਰੀ ਜਿਹੜੀ ਗੱਲਬਾਤ ਹੈ ਉਹ ਨਿਕਲ ਕੇ ਆਈ ਹੈ? ਦੇਖੋ ਵਿਜੇ, ਇੱਕ ਇੱਥੇ ਜਿਹੜੀ ਸਭ ਤੋਂ ਵੱਡੀ ਚੀਜ਼ ਨਿਕਲ ਕੇ ਆਈ ਹੈ ਇੱਕ ਤਾਂ ਇਹ ਕਿ ਜੋ ਕੱਲ ਵੀ ਅਸੀਂ ਜਦੋਂ ਚਰਚਾ ਕਰ ਰਹੇ ਸੀ ਤਾਂ ਇਹ ਗੱਲ ਉਸ ਵੇਲੇ ਵੀ ਉਸ ਨੌਜਵਾਨ ਦੇ ਨਾਲ ਜਦੋਂ ਗੱਲਬਾਤ ਕੀਤੀ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਦਾ ਜਦੋਂ ਕੋਸ਼ਿਸ਼ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਸੀ ਕਿ ਹੁਣ ਤੱਕ 55 ਤੋਂ 60 ਜਿਹੜੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਜਾਂ ਫਿਰ ਉਸ ਦੀ ਜਥੇਬੰਦੀ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਹੁਣ ਤੱਕ ਪੁਲਿਸ ਨੇ ਗ੍ਰਿਫਤਾਰ ਕੀਤਾ ਔਰ ਉਸ ਦਾ ਜ਼ਿਕਰ ਐਸਪੀ ਤੇਜਵੀਰ ਸਿੰਘ ਨੇ ਵੀ ਕੀਤਾ ਕਿ ਚਾਹੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਪਰ ਉਹ ਵੀ ਕਿਸੇ ਨਾ ਕਿਸੇ ਨਸ਼ੇ ਦੇ ਨਾਲ ਪੀੜਤ ਸਨ। ਯਾਨੀ ਕਿ ਉਹਨਾਂ ਦਾ ਕਹਿਣਾ ਹੈ ਕਿ ਨਸ਼ੇ ਦਾ ਜਿਹੜਾ ਮੁੱਦਾ ਉਸ ਨੂੰ ਉਭਾਰਿਆ ਜ਼ਿਆਦਾ ਜਾਂਦਾ ਸੀ, ਉਸ ਦੇ ਉੱਤੇ ਵੱਧ ਫੋਕਸ ਜੋ ਹੈ ਉਹ ਰੱਖਿਆ ਜਾਂਦਾ ਸੀ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਉਹ ਸਿਰਫ ਤੇ ਸਿਰਫ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਦੇ ਲਈ ਕਰ ਰਹੇ ਹਾਂ। ਔਰ ਐਸਪੀ ਦੇ ਮੁਤਾਬਕ ਜਾਂ ਪੰਜਾਬ ਪੁਲਿਸ ਦੇ ਮੁਤਾਬਕ ਹੁਣ ਤੱਕ ਦੀ ਜਿਹੜੀ ਜਾਂਚ ਹੈ ਉਸ ਦੇ ਵਿੱਚ ਇਹੀ ਖੁਲਾਸਾ ਹੋਇਆ ਕਿ ਨੌਜਵਾਨਾਂ ਨੂੰ ਵਰਗਲਾਇਆ ਜਾਂਦਾ ਸੀ। ਜਦੋਂ ਨੌਜਵਾਨ ਉਸ ਥਾਂ ਤੇ ਪਹੁੰਚਦੇ ਸੀ ਤਾਂ ਨਸ਼ਾ ਛਡਾਊ ਕੇਂਦਰ ਦੇ ਨਾਂ ਤੇ ਉਹਨਾਂ ਨੂੰ ਜੋ ਹੈ ਉਹ ਟ੍ਰੇਨਿੰਗ ਦਿੱਤੀ ਜਾਂਦੀ ਸੀ ਕਿਉਂਕਿ ਜਿਹੜੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਨਾਲ ਵੀ ਮੌਜੂਦ ਸੀ ਜਿਨ੍ਹਾਂ ਦੇ ਕੋਲੋਂ ਹਥਿਆਰਾਂ ਦੀ ਰਿਕਵਰੀ ਵੀ ਹੁਣ ਤੱਕ ਪੁਲਿਸ ਵੱਲੋਂ ਕੀਤੀ ਜਾ ਚੁੱਕੀ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਉਹ ਵੀ ਉੱਥੇ ਨਸ਼ਾ ਛੱਡਣ ਦੇ ਲਈ ਹੀ ਪਹੁੰਚੇ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਵੱਖ-ਵੱਖ ਡਿਊਟੀਆਂ ਦੇ ਦਿੱਤੀਆਂ ਗਈਆਂ। ਔਰ ਜਿਸ ਤਰ੍ਹਾਂ ਲਗਾਤਾਰ ਤਸਵੀਰਾਂ ਦੇ ਵਿੱਚ ਵੀ ਅਸੀਂ ਦੇਖ ਚੁੱਕੇ ਹਾਂ ਕਿ ਅੱਜ ਜਦੋਂ ਐਸਪੀ ਤੇਜਵੀਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਬੁਲੇਟ ਪ੍ਰੂਫ ਜੈਕਟ ਦਾ ਵੀ ਜ਼ਿਕਰ ਕੀਤਾ ਗਿਆ, ਹਥਿਆਰਾਂ ਦਾ ਵੀ ਜ਼ਿਕਰ ਕੀਤਾ ਗਿਆ। ਹਾਲਾਂਕਿ ਹਥਿਆਰ ਜਿਹੜੇ ਨੇ ਜੇਕਰ ਅਸੀਂ ਆਈਜੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਜਾਂ ਫਿਰ ਐਸਐਸਪੀ ਸਤਿੰਦਰ ਸਿੰਘ ਨੇ ਜੋ ਅੰਮ੍ਰਿਤਸਰ ਦਿਹਾਤੀ ਦੇ ਤਾਂ ਹਥਿਆਰ ਕੁਝ ਲੀਗਲ ਜ਼ਰੂਰ ਨੇ ਪਰ ਜੇ ਉਹ ਜੋ ਉਹਨਾਂ ਦਾ ਸਹੀ ਇਸਤੇਮਾਲ ਹੋਣਾ ਚਾਹੀਦਾ ਸੀ ਉਸ ਤਰੀਕੇ ਦੇ ਨਾਲ ਇਸਤੇਮਾਲ ਨਹੀਂ ਸੀ ਕੀਤਾ ਜਾ ਰਿਹਾ, ਇਸ ਕਰਕੇ ਉਹ ਜਿਹੜੇ ਹਥਿਆਰ ਵੀ ਪੁਲਿਸ ਨੇ ਜ਼ਬਤ ਕੀਤੇ ਨੇ। ਪਰ ਹੁਣ ਸਭ ਤੋਂ ਵੱਡਾ ਸਵਾਲ ਇਹੀ ਉੱਠ ਰਿਹਾ ਕਿਉਂਕਿ ਜਦੋਂ ਵੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੋਈ ਗੱਲ ਕੀਤੀ ਜਾਂਦੀ ਸੀ ਤਾਂ ਅੰਮ੍ਰਿਤਪਾਲ ਸਿੰਘ ਵੱਲੋਂ ਜੇਕਰ ਅਸੀਂ ਉਹਨਾਂ ਦੇ ਪੁਰਾਣੇ ਜਿਹੜੇ ਇੰਟਰਵਿਊ ਨੇ ਉਹਦੇ ਵਿੱਚ ਵੀ ਦੇਖੀ ਤਾਂ ਇੱਕੋ ਗੱਲ ਦੇ ਨੂੰ ਲੈ ਕੇ ਦਾਅਵਾ ਕੀਤਾ ਜਾਂਦਾ ਰਿਹਾ ਕਿ ਅਸੀਂ ਸਿਰਫ ਤੇ ਸਿਰਫ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਆ, ਨਸ਼ੇ ਦੇ ਜਿਹੜੇ ਆਦੀ ਨੌਜਵਾਨ ਨੇ ਉਹਨਾਂ ਨੂੰ ਗੁਰੂ ਦੇ ਲੜ ਲਾਉਣਾ ਚਾਹੁੰਦੇ ਔਰ ਇਸ ਚੀਜ਼ ਨੂੰ ਲੈ ਕੇ ਸਾਡਾ ਵਿਰੋਧ ਹੋ ਰਿਹਾ ਔਰ ਲੋਕ ਬਹੁਤ ਸਾਰੇ ਉਹਨਾਂ ਵੱਲੋਂ ਸਿਆਸਤਦਾਨਾਂ ਦੇ ਵੀ ਨਾਂ ਲਏ ਜਾਂਦੇ ਰਹੇ ਨੇ ਕਿ ਉਹ ਲੋਕ ਸ਼ਾਇਦ ਇਹ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇਹ ਕੰਮ ਸਰਕਾਰਾਂ ਦਾ ਹੈ, ਸਿਆਸੀ ਆਗੂਆਂ ਦਾ, ਪਰ ਉਹ ਕੰਮ ਸਾਨੂੰ ਕਰਨਾ ਪੈ ਰਿਹਾ। ਪਰ ਹੁਣ ਜਿਸ ਤਰੀਕੇ ਦੇ ਖੁਲਾਸੇ ਹੋ ਰਹੇ ਨੇ ਉਸ ਮੁਤਾਬਕ ਅਸੀਂ ਕਹਿ ਸਕਦੇ ਹਾਂ ਕਿ ਅੰਮ੍ਰਿਤਪਾਲ ਸਿੰਘ ਔਰ ਉਸਦੇ ਜਿਹੜੇ ਸਾਥੀ ਨੇ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਨਸ਼ਾ ਛਡਾਉਣ ਦੇ ਹੁਣ ਤੱਕ ਦਾਅਵੇ ਕੀਤੇ ਜਾਂਦੇ ਰਹੇ ਨੇ ਤਾਂ ਐਸਪੀ ਵੱਲੋਂ ਜਦੋਂ ਇਹ ਸਵਾਲ ਮੇਰੇ ਵੱਲੋਂ ਕੀਤਾ ਗਿਆ ਕਿ ਇਸ ਜਾਂਚ ਦੇ ਵਿੱਚ ਕੀ ਨਸ਼ਾ ਛਡਾਊ ਕੇਂਦਰ ਦੇ ਲਈ ਜੋ ਲੋੜੀਂਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਜੋ ਪੈਰਾਮੀਟਰ ਹੁੰਦਾ ਕਿ ਉਹ ਮੁਕੰਮਲ ਸੀ ਤਾਂ ਐਸਪੀ ਦਾ ਕਹਿਣਾ ਸੀ ਕਿ ਅਸੀਂ ਜਾਂਚ ਕਰ ਰਹੇ ਹਾਂ। ਜੇਕਰ ਸਾਨੂੰ ਇਹ ਕਿਉਂਕਿ ਜਾਂਚ ਦੇ ਵਿੱਚ ਹੁਣ ਤੱਕ ਇਹ ਗੱਲ ਤਾਂ ਸਾਹਮਣੇ ਆਈ ਚੁੱਕੀ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਕਰਵਾਈ ਗਈ ਸੀ, ਹਾਲਾਂਕਿ ਜਥੇਬੰਦੀ ਦਾ ਜ਼ਰੂਰ ਨਾਮ ਵਰਤਿਆ ਜਾਂਦਾ ਸੀ ਵਾਰਿਸ ਪੰਜਾਬ ਦੇ, ਪਰ ਕਿ ਜਿਸ ਜਗ੍ਹਾ ਦੇ ਉੱਤੇ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਜਿੱਥੇ ਨੌਜਵਾਨਾਂ ਦਾ ਨਸ਼ਾ ਛਡਵਾਇਆ ਜਾ ਰਿਹਾ ਸੀ ਕਿ
ਉਸ ਥਾਂ ਦੀ ਕੋਈ ਵੱਖਰੇ ਤੌਰ ਤੇ ਰਜਿਸਟ੍ਰੇਸ਼ਨ ਜਾਂ ਕੋਈ ਇਮਾਰਤ ਜਾਂ ਫਿਰ ਉੱਥੇ ਕੋਈ ਐਸਾ ਸਟਾਫ ਰੱਖਿਆ ਗਿਆ ਹੋਵੇ, ਕਿਉਂਕਿ ਜਿਸ ਤਰੀਕੇ ਦੇ ਨਸ਼ਿਆਂ ਦੇ ਨਾਲ ਪੰਜਾਬ ਦੇ ਨੌਜਵਾਨ ਪੀੜਤ ਨੇ, ਸਰਕਾਰਾਂ ਦੇ ਲਈ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ। ਵੱਖ-ਵੱਖ ਤਰ੍ਹਾਂ ਦੇ ਡਾਕਟਰ, ਵੱਖ-ਵੱਖ ਤਰ੍ਹਾਂ ਦੇ ਜਿਹੜੇ ਮਾਹਿਰ ਨੇ, ਉਹਨਾਂ ਦਾ ਸਹਿਯੋਗ ਲੈਣਾ ਪੈ ਰਿਹਾ। ਪਰ ਇੱਥੇ ਆਖਿਰਕਾਰ ਐਸਾ ਕੀ ਸੀ ਕਿ ਨੌਜਵਾਨ ਜਿਹੜੇ ਮਾਪੇ ਉਹਨਾਂ ਨੂੰ ਛੱਡ ਕੇ ਜਾਂਦੇ ਸੀ। ਹਾਲਾਂਕਿ ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਜੇਕਰ 100 ਦੇ ਕਰੀਬ ਨੌਜਵਾਨ ਆਉਂਦੇ ਨੇ ਤਾਂ 90 ਹੀ ਜਿਹੜੇ ਨੇ ਉਹ ਵਾਪਸ ਚਲੇ ਜਾਂਦੇ, ਯਾਨੀ ਕਿ 10 ਹੀ ਉੱਤੇ ਰੁਕਦੇ ਸੀ। ਔਰ ਜਿਹੜੇ ਰੁਕਦੇ ਸੀ ਉਹਨਾਂ ਨੂੰ ਨਸ਼ਾ ਛੱਡਣ ਦੇ ਨਾਂ ਤੋਂ ਤੇ ਰੱਖਿਆ ਜ਼ਰੂਰ ਜਾਂਦਾ ਸੀ, ਪਰ ਉਹਨਾਂ ਨੂੰ ਵਰਤਿਆ ਹੋਰ ਕੰਮਾਂ ਦੇ ਲਈ ਜਾਂਦਾ ਸੀ। ਚਾਹੇ ਕੋਈ ਕਿਸੇ ਨੂੰ ਬਾਡੀਗਾਰਡ ਬਣਾ ਦਿੱਤਾ ਗਿਆ, ਔਰ ਜਿਹੜੀਆਂ ਹੁਣ ਤੱਕ ਵੀਡੀਓਜ਼ ਵੀ ਸਾਹਮਣੇ ਆਈਆਂ ਨੇ, ਕੁਝ ਜਿਹੜੇ ਸਾਥੀ ਅੰਮ੍ਰਿਤਪਾਲ ਸਿੰਘ ਦੇ ਉਹਨਾਂ ਵੀਡੀਓਜ਼ ਦੇ ਵਿੱਚ ਫਾਇਰਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਐਸਪੀ ਤੇਜਵੀਰ ਨੇ ਵੀ ਜ਼ਿਕਰ ਕੀਤਾ ਕਿ ਪਿੰਡ ਦੇ ਵਿੱਚ ਹੀ ਇੱਕ ਜਗ੍ਹਾ ਨੂੰ ਸ਼ੂਟਿੰਗ ਰੇਂਜ ਦੇ ਤੌਰ ਤੇ ਵਰਤਿਆ ਜਾਂਦਾ ਸੀ। ਹਾਲਾਂਕਿ ਉੱਥੇ ਟ੍ਰੇਨਿੰਗ ਕੌਣ ਦਿੰਦਾ ਸੀ, ਕਿਸ ਤਰੀਕੇ ਦੇ ਨਾਲ, ਉਹ ਇੱਕ ਜਾਂਚ ਦਾ ਵਿਸ਼ਾ, ਔਰ ਉਹਨਾਂ ਦਾ ਕਹਿਣਾ ਕਿ ਉਹ ਜਾਂਚ ਕੀਤੀ ਜਾ ਰਹੀ, ਉਸ ਬਾਰੇ ਵੀ ਜਲਦ ਕੋਈ ਖੁਲਾਸਾ ਕੀਤਾ ਜਾਏਗਾ। ਪਰ ਜਿਹੜੇ ਹਥਿਆਰ ਹੁਣ ਤੱਕ ਰਿਕਵਰ ਕੀਤੇ ਗਏ ਨੇ, ਔਰ ਦੂਸਰੇ ਪਾਸੇ ਇੱਕ ਪਾਸੇ ਹਥਿਆਰਾਂ ਦਾ ਜ਼ਿਕਰ ਹੋ ਰਿਹਾ, ਇੱਕ ਪਾਸੇ ਨੌਜਵਾਨਾਂ ਨੂੰ ਜੋ ਹੈ ਉਹ ਸਿੱਖੀ ਦੇ ਨਾਲ ਜੋੜਨ ਦੀ ਗੱਲ ਹੋ ਰਹੀ ਹੈ। ਇਸ ਤੋਂ ਬਾਅਦ ਜੇਕਰ ਸਭ ਤੋਂ ਵੱਧ ਜੇਕਰ ਅਸੀਂ ਕਹੀਏ ਚਰਚਾ ਦੇ ਵਿੱਚ ਅੰਮ੍ਰਿਤਪਾਲ ਸਿੰਘ ਰਿਹਾ ਤਾਂ ਇਸੇ ਚੀਜ਼ ਨੂੰ ਲੈ ਕੇ ਰਿਹਾ ਕਿ ਅਸੀਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨਾ ਚਾਹੁੰਦੇ। ਪਰ ਨਸ਼ੇ ਨੂੰ ਦੂਰ ਕਰਨ ਦੇ ਲਈ ਉੱਥੇ ਕੀ ਪੁਖਤਾ ਪ੍ਰਬੰਧ ਸੀ, ਕਿਉਂਕਿ ਕੱਲ ਜਿਸ ਨੌਜਵਾਨ ਨੇ ਖੁਲਾਸਾ ਕੀਤਾ ਤਾਂ ਉਹ ਵੀ ਖਾਲਸਾ ਵਹੀਰ ਜਦੋਂ ਨਿਕਲੀ ਤਾਂ ਉਦੋਂ ਹੀ ਉਹ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਸੰਪਰਕ ਦੇ ਵਿੱਚ ਆਇਆ ਸੀ। ਬਾਅਦ ਦੇ ਵਿੱਚ ਉਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਿ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਦਵਾਈ ਦਿੱਤੀ ਜਾਵੇ। ਪਰ ਬੇਸਿਕ ਦਵਾਈਆਂ ਜਿਹੜੀਆਂ ਘਰ ਦੇ ਵਿੱਚ ਆਮ ਕਿਸੇ ਨੂੰ ਸਿਰ ਪੀੜ ਹੈ, ਕਿਸੇ ਨੂੰ ਕੋਈ ਛੋਟੀ ਮੋਟੀ ਦਿੱਕਤ ਹੈ, ਤਾਂ ਜਿਹੜੀਆਂ ਦਵਾਈਆਂ ਆਮ ਮੈਡੀਕਲ ਸਟੋਰ ਤੋਂ ਮਿਲਦੀਆਂ ਨੇ ਉਹੀ ਦਿੱਤੀਆਂ ਜਾਂਦੀਆਂ ਸੀ। ਤਾਂ ਅਸੀਂ ਕਹਿ ਸਕਦੇ ਹਾਂ ਕਿ ਹੁਣ ਪੁਲਿਸ ਜਿੱਥੇ ਹੋਰ ਪਹਿਲੂਆਂ ਤੇ ਜਾਂਚ ਕਰ ਰਹੀ ਹੈ, ਤਾਂ ਹੁਣ ਨਸ਼ਾ ਛਡਾਊ ਕੇਂਦਰ ਜਾਂ ਜਿਹੜਾ ਅੰਮ੍ਰਿਤਪਾਲ ਸਿੰਘ ਦਾ ਦਾਅਵਾ ਸੀ ਕਿ ਨੌਜਵਾਨਾਂ ਨੂੰ ਅਸੀਂ ਨਸ਼ੇ ਤੋਂ ਦੂਰ ਕਰਨ ਦੇ ਲਈ ਬਹੁਤ ਵੱਡਾ ਇੱਕ ਜਿਹੜਾ ਪ੍ਰੋਗਰਾਮ ਉਲੀਕਿਆ ਸੀ, ਇੱਕ ਬਹੁਤ ਵੱਡੀ ਮੁਹਿੰਮ ਚਲਾਈ ਹੈ, ਤਾਂ ਅਸੀਂ ਕਹਿ ਸਕਦੇ ਕਿ ਉਹ ਮੁਹਿੰਮ ਹੁਣ ਪੁਲਿਸ ਦੀ ਜਾਂਚ ਦੇ ਕਟਹਿਰੇ ਦੇ ਵਿੱਚ ਹੈ। ਤਾਂ ਕਿਤੇ ਨਾ ਕਿਤੇ ਉਸ ਚੀਜ਼ ਨੂੰ ਲੈ ਕੇ ਵੀ ਹੁਣ ਪੁਲਿਸ ਜੋ ਹੈ ਅੰਮ੍ਰਿਤਪਾਲ ਸਿੰਘ ਔਰ ਉਸਦੇ ਸਾਥੀਆਂ ਤੇ ਸ਼ਿਕੰਜਾ ਕੱਸ ਸਕਦੀ ਹੈ। ਜੀ ਵਿਜੇ। ਅੱਛਾ, ਜਿਹੜੀ ਜਾਣਕਾਰੀ ਐਸਪੀ ਤੇਜਵੀਰ ਸਿੰਘ ਹੋਰਾਂ ਵੱਲੋਂ ਦਿੱਤੀ ਗਈ ਹੈ ਰਾਜੀਵ, ਕਿ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਕੋਈ ਲੀਗਲ ਐਕਸ਼ਨ ਵੀ ਲਿਆ, ਕੋਈ ਉਸ ਮਾਮਲੇ ਦੇ ਵਿੱਚ ਕੋਈ ਪਰਚਾ ਦਰਜ ਕੀਤਾ ਹੈ, ਕੋਈ ਲਿਖਤੀ ਰੂਪ ਦੇ ਵਿੱਚ ਕੋਈ ਕਾਰਵਾਈ ਪੁਲਿਸ ਨੇ ਕੀਤੀ ਹੋਵੇ, ਜਾਂ ਹਲੇ ਸਿਰਫ ਇੱਕ ਜ਼ੁਬਾਨੀ ਜਾਂਚ ਦਾ ਹਿੱਸਾ ਹੈ? ਜੀ ਬਿਲਕੁਲ ਵਿਜੇ, ਜੇਕਰ ਅਸੀਂ ਪੂਰਾ ਇੰਟਰਵਿਊ ਨੂੰ ਦੁਬਾਰਾ ਧਿਆਨ ਦੇ ਨਾਲ ਸੁਣੀਏ ਤਾਂ ਉਸ ਦੇ ਵਿੱਚ ਇਹ ਸਵਾਲ ਕੀਤਾ ਗਿਆ ਸੀ ਕਿ ਕੀ ਜਿਹੜੀ ਗੱਲ ਕਹੀ ਜਾ ਰਹੀ ਹੈ ਜਾਂ ਜਿਹੜਾ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਨਸ਼ਾ ਛਡਾਊ ਕੇਂਦਰ ਨੂੰ ਸਿਰਫ ਤੇ ਸਿਰਫ ਇੱਕ ਅਟਰੈਕਸ਼ਨ ਦੇ ਤੌਰ ਤੇ ਵਰਤਿਆ ਜਾਂਦਾ ਸੀ ਤਾਂ ਕਿ ਨੌਜਵਾਨ ਜਾਂ ਫਿਰ ਜਿਹੜੇ ਮਾਪੇ ਨੇ, ਤਾਂ ਇਹ ਵੀ ਜ਼ਿਕਰ ਉਹਨਾਂ ਵੱਲੋਂ ਕੀਤਾ ਗਿਆ ਕਿ ਜਿਹੜੇ ਮਾਪੇ ਨੇ ਉਹ ਅੰਮ੍ਰਿਤਪਾਲ ਸਿੰਘ ਦੀਆਂ ਜਿਹੜੇ ਭਾਸ਼ਣ ਨੇ ਜਾਂ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓ ਆਉਂਦੀਆਂ ਸੀ ਉਹਨਾਂ ਨੂੰ ਦੇਖ ਕੇ ਇੱਕਦਮ ਭਾਵਕ ਹੁੰਦੇ ਸੀ, ਇੱਕਦਮ ਜਿਹੜੇ ਨੌਜਵਾਨ ਨੇ ਉਹ ਵੀ ਅਟਰੈਕਟ ਹੁੰਦੇ ਸੀ, ਕਿਉਂਕਿ ਮਾਪੇ ਹਰ ਇੱਕ ਹੀਲਾ ਵਰਤ ਚੁੱਕੇ ਹੁੰਦੇ ਨੇ। ਜਦੋਂ ਕੋਈ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸਦਾ ਤਾਂ ਹਰ ਕੋਈ ਚਾਹੁੰਦਾ ਕਿ ਜੇਕਰ ਸਾਡਾ ਪੁੱਤਰ ਇੱਕ ਪਾਸੇ ਗੁਰੂ ਦੇ ਲੜ ਵੀ ਲੱਗਣ ਜਾ ਰਿਹਾ, ਦੂਸਰੇ ਪਾਸੇ ਨਸ਼ੇ ਤੋਂ ਜੇਕਰ ਦੂਰ ਹੋਏਗਾ ਤਾਂ ਹਰ ਕੋਈ ਚਾਹੁੰਦਾ ਕਿ ਅਸੀਂ ਉਸ ਨੂੰ ਉਸ ਪਾਸੇ ਜੋੜੀਏ। ਪਰ ਜਿਸ ਤਰੀਕੇ ਦੇ ਖੁਲਾਸੇ ਜੋ ਪੁਲਿਸ ਮੁਤਾਬਕ ਹੋ ਰਹੇ ਨੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਸ ਦੀ ਸਿਰਫ ਤੇ ਸਿਰਫ ਆੜ ਲਈ ਜਾਂਦੀ ਸੀ ਕਿ ਨੌਜਵਾਨ ਉੱਥੇ ਆਉਣ, ਵੱਡੀ ਤਾਦਾਦ ਦੇ ਵਿੱਚ ਆਉਣ, ਔਰ ਉਸ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਜਿਹੜੀਆਂ ਡਿਊਟੀਆਂ ਦਿੱਤੀਆਂ ਜਾਂਦੀਆਂ ਸੀ। ਔਰ ਸਭ ਤੋਂ ਵੱਡਾ ਜਿਹੜਾ ਖੁਲਾਸਾ ਇਹੀ ਕੀਤਾ ਗਿਆ ਕਿ ਜਿਹੜੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਨਾਲ ਗਨਮੈਨ ਦੇ ਤੌਰ ਤੇ, ਬਾਡੀਗਾਰਡ ਦੇ ਤੌਰ ਤੇ ਜਾਂ ਉਹਨਾਂ ਦੀ ਜਿਹੜੀ ਫੌਜ ਦੇ ਤੌਰ ਤੇ ਤਸਵੀਰਾਂ ਦੇ ਵਿੱਚ ਹੁਣ ਤੱਕ ਨਜ਼ਰ ਆਉਂਦੇ ਰਹੇ ਨੇ, ਤਾਂ ਉਹ ਸਾਰੇ ਨੌਜਵਾਨ ਜਿਹੜੇ ਨੇ ਕਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਦੇ ਸੰਪਰਕ ਦੇ ਵਿੱਚ ਆਏ, ਤਾਂ ਉਹ ਇੱਕ ਵੱਡਾ ਖੁਲਾਸਾ ਹੈ ਕਿ ਉਹ ਸਾਰੇ ਦੇ ਸਾਰੇ ਨੌਜਵਾਨ ਉੱਥੇ ਜਾਂ ਤਾਂ ਖਾਲਸਾ ਵਹੀਰ ਦੇ ਰਾਹੀਂ ਜੁੜੇ ਸੀ ਔਰ ਜਾਂ ਫਿਰ ਨਸ਼ਾ ਛੱਡਣ ਦੇ ਲਈ ਜੱਲੂਪੁਰ ਖੈੜਾ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਇੱਕ ਕੇਂਦਰ ਬਣਾਇਆ ਗਿਆ ਸੀ ਗੁਰਦੁਆਰਾ ਸਾਹਿਬ ਦੇ ਠੀਕ ਬਾਹਰ, ਜਾਂ ਕਹੀਏ ਕਿ ਉੱਥੇ ਇੱਕ ਜਿਹੜੀ ਇਮਾਰਤ ਹੈ ਉਸ ਦੀ ਉਸਾਰੀ ਹੋ ਰਹੀ ਹੈ, ਤਾਂ ਉਸ ਥਾਂ ਤੇ ਇਹ ਨੌਜਵਾਨ ਪਹੁੰਚਦੇ ਨੇ। ਉਸ ਤੋਂ ਬਾਅਦ ਹੀ ਇਹਨਾਂ ਨੂੰ ਹਥਿਆਰ ਮੁਹੱਈਆ ਕਰਵਾਏ ਜਾਂਦੇ ਨੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਆਪਣੇ ਬਾਡੀਗਾਰਡ ਜਾਂ ਗਨਮੈਨ ਤੌਰ ਤੇ ਵਰਤਿਆ ਜਾਂਦਾ। ਤਾਂ ਇਹ ਇੱਕ ਵੱਡਾ ਖੁਲਾਸਾ। ਤਾਂ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਕਿ ਕੀ ਇਸ ਨੂੰ ਲੈ ਕੇ ਜਿਹੜਾ ਜਾਂਚ ਦੇ ਘੇਰੇ ਦੇ ਵਿੱਚ ਨਸ਼ਾ ਛਡਾਊ ਕੇਂਦਰ ਇਸ ਵੇਲੇ ਆਇਆ ਤਾਂ ਕੀ ਕਾਰਵਾਈ ਹੋਏਗੀ, ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਬਕਾਇਦਾ ਤੌਰ ਤੇ ਇਹ ਕਾਰਵਾਈ ਕਰਾਂਗੇ ਕਿ ਆਖਿਰਕਾਰ ਨਸ਼ਾ ਛਡਾਊ ਕੇਂਦਰ ਜਿਹੜਾ ਬਣਾਇਆ ਗਿਆ ਸੀ ਕੀ ਉਸ ਦੇ ਲਈ ਕੋਈ ਵੱਖਰੇ ਤੌਰ ਤੇ
ਪਰਮਿਸ਼ਨ ਲਈ ਗਈ ਸੀ ਕਿ ਉੱਥੇ ਜੇਕਰ ਪਰਮਿਸ਼ਨ ਨਹੀਂ ਵੀ ਲਈ ਗਈ ਤਾਂ ਕੀ ਉੱਥੇ ਪੁਖਤਾ ਪ੍ਰਬੰਧ ਸਨ ਕਿ ਜੇਕਰ ਕੋਈ ਆਪਣੇ ਬੱਚੇ ਨੂੰ ਆਪਣੇ ਪਰਿਵਾਰਕ ਮੈਂਬਰ ਨੂੰ ਉੱਥੇ ਛੱਡ ਕੇ ਆਉਂਦਾ ਤਾਂ ਕੀ ਸੱਚਮੁੱਚ ਉਸ ਦੇ ਨਾਲ ਜਿਸ ਤਰੀਕੇ ਦਾ ਵਿਵਹਾਰ ਜੋ ਹੈ ਬਾਕੀ ਡੀ ਐਡਿਕਸ਼ਨ ਸੈਂਟਰਾਂ ਤੇ ਕੀਤਾ ਜਾਂਦਾ ਕੀ ਉਸ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾਂਦਾ ਸੀ, ਉਸ ਤਰੀਕੇ ਦਾ ਟ੍ਰੀਟਮੈਂਟ ਜੀ। ਦਿੱਤਾ ਜਾਂਦਾ ਠੀਕ ਹੈ। ਸੀ। ਤਾਂ ਇਹ ਜਾਂਚ ਦਾ ਵਿਸ਼ਾ ਕਿਉਂਕਿ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ, ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਹੋਈ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਅੰਮ੍ਰਿਤਪਾਲ ਦੇ ਕੋਲੋਂ ਵੀ ਇਸ ਮੁੱਦੇ ਤੇ ਜਾਂ ਇਸ ਇਸ਼ੂ ਦੇ ਉੱਤੇ ਪੁੱਛਗਿੱਛ ਕਰ ਸਕਦੀ ਹੈ।